ਹਰਸਿੰਦਰ ਕੌਰ ਨੇ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਆ। ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਇੱਕ ਖਤਰਾ ਮੰਡਰਾ ਰਿਹਾ, ਜਿਹਦੇ ਬਾਰੇ ਪਹਿਲਾਂ ਵੀ ਬਹੁਤ ਸਾਰੇ ਲੋਕ ਸ਼ਿਕਾਰ ਹੋਏ ਆ, ਕਰੋਨਾ ਦੀ ਤੀਜੀ ਲਹਿਰ। ਇਹਦੇ ਬਾਰੇ ਮਤਭੇਦ ਨੇ ਵੀ ਤੀਜੀ ਲਹਿਰ ਆਏਗੀ ਨਹੀਂ ਆਏਗੀ। ਕੁਝ ਫਿਰ ਉਹ ਸਾਈਕੋਸਾਈਸ ਇਹੋ ਜਿਹਾ ਬਣਦਾ ਜਾ ਰਿਹਾ ਵੀ ਤੀਜੀ ਲਹਿਰ ਆ ਰਹੀ ਹੈ, ਇਸ ਕਰਕੇ ਪ੍ਰਬੰਧ ਕਰਨੇ ਚਾਹੀਦੇ ਆ। ਡਾਕਟਰ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵਾਕਈ ਇਹ ਹੋਏਗਾ ਜਾਂ ਇਹ ਤੋਂ ਲੋਕਾਂ ਦਾ ਛੁਟਕਾਰਾ ਹੋ ਜਾਏਗਾ? ਜਿੰਨੀ ਕੁ ਲੋਕਾਂ ਨੂੰ ਇੰਜੈਕਸ਼ਨ ਲੱਗ ਚੁੱਕੇ ਆ, ਉਹਦੇ 'ਚ ਲੱਗਦਾ ਵੀ ਪੋਸੀਬਿਲਿਟੀ ਕਿਤੇ ਹੋ ਸਕਦੀ? ਦੇਖੋ, ਇਹ ਨਾ ਸ਼ੇਰ ਆਇਆ ਵਾਲੀ ਗੱਲ ਹੋ ਚੁੱਕੀ ਹੈ। ਪਰ ਕੁਝ ਫੈਕਟਸ ਦੇ ਉੱਤੇ ਜੇ ਆਪਾਂ ਤੁਰੀਏ, ਪਹਿਲੀ ਚੀਜ਼ ਇਹ ਨਵੀਂ ਕਿਸਮ ਦੀ ਵਾਇਰਸ ਹੈ ਜਿਸ ਨੇ ਸ਼ਕਲ ਤਬਦੀਲ ਕਰਕੇ ਜੋ ਸਾਡੇ ਕੋਲ ਪਹੁੰਚੀ ਹੈ, ਕਿਉਂਕਿ ਕਰੋਨਾ ਵਾਇਰਸ ਤਾਂ ਪਹਿਲਾਂ ਵੀ ਹੋਇਆ ਕਰਦੀ ਸੀ। ਕਿੰਨਵਾਂ ਰੂਪ ਹੋ ਗਿਆ? ਮਤਲਬ ਹਜ਼ਾਰਾਂ 'ਚ ਹੀ ਮੇਰੇ ਖਿਆਲ। ਹਾਂਜੀ, ਹੁਣ 3500-3600 ਤੱਕ ਤਾਂ ਸਾਨੂੰ ਪਤਾ ਸੀ, ਪਰ ਉਸ ਤੋਂ ਬਾਅਦ ਹੁਣ ਇਹ ਹੋਰ ਕਈ ਕਿਸਮਾਂ 'ਚ ਇਹ ਸ਼ਕਲ ਤਬਦੀਲ ਕਰਦੀ ਆਉਂਦੀ ਹੈ। ਮੇਰੇ ਖਿਆਲ ਹੁਣ ਤਾਂ ਡੈਲਟਾ ਵੇਰੀਐਂਟ। ਹਾਂਜੀ, ਪਰ ਉਸੇ ਦੀਆਂ ਹੀ ਕਿਸਮਾਂ ਹੀ ਵੱਖਰੀਆਂ ਜੋ ਤਬਦੀਲ ਹੋ ਕੇ ਬਣ ਰਹੀਆਂ ਨੇ। ਗੱਲ ਇਹ ਹੈ ਕਿ ਹਾਲੇ ਤੱਕ ਸਾਡੇ ਕੋਲ ਬਹੁਤ ਘੱਟ ਨੇ ਉਹ ਕੇਸ ਬੱਚਿਆਂ ਵਿੱਚ ਜਿਹੜੇ ਸੀਰੀਅਸ ਹੋਏ ਹੋਣ, ਜਾਂ ਮੌਤ ਦਰ ਬੱਚਿਆਂ ਵਿੱਚ ਓਨੀ ਨਹੀਂ ਜਿੰਨੀ ਦਰਸਾਈ ਗਈ ਸੀ। ਅਸੀਂ ਇੱਕ ਛੋਟੀ ਜਿਹੀ ਟਰਾਇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਰਜਿੰਦਰਾ ਹਸਪੀਟਲ ਵਿੱਚ ਹੀ, ਕਿ ਜਿੰਨੇ ਕੁ ਬੱਚੇ ਆ ਰਹੇ ਸੀ ਉਹਨਾਂ ਦੀ ਐਟ ਰੈਂਡਮ, ਜਿਨ੍ਹਾਂ ਨੂੰ ਟੀਕੇ ਵੀ ਨਹੀਂ ਲੱਗੇ ਹੋਏ, ਐਟ ਰੈਂਡਮ ਉਹਨਾਂ ਦੇ ਟੈਸਟ ਕਰਾਉਣੇ ਸ਼ੁਰੂ ਕੀਤੇ ਸਾਰਿਆਂ ਦੇ, ਕਿ ਤੁਹਾਡੀਆਂ ਐਂਟੀਬਾਡੀਜ਼ ਬਣੀਆਂ ਹੋਈਆਂ ਨੇ ਕਿ ਨਹੀਂ। ਕਮਾਲ ਦੀ ਸਾਨੂੰ ਇਹ ਗੱਲ ਲੱਭੀ ਕਿ ਮੇਰੇ ਕੋਲ ਜਿਹੜੇ 400 ਬੱਚਿਆਂ ਦੇ ਵਿੱਚੋਂ ਸਾਨੂੰ ਸਿਰਫ ਇੱਕ ਬੱਚਾ ਸੀ ਜਿਹਦੇ ਐਂਟੀਬਾਡੀਜ਼ ਨਹੀਂ ਸਨ, ਸਭ ਦੇ ਐਂਟੀਬਾਡੀਜ਼ ਬਣੀਆਂ ਹੋਈਆਂ ਸਨ। ਹਿਸਟਰੀ ਵਿੱਚ ਸਾਨੂੰ ਕੋਈ ਨਹੀਂ ਸੀ ਲੱਭ ਰਿਹਾ ਇਹਨਾਂ ਨੂੰ ਕਿਤੇ ਕੰਟੈਕਟ ਹੋਇਆ ਜਾਂ ਨਹੀਂ ਹੋਇਆ। ਦਾ ਮਤਲਬ ਇਹ ਹੈ ਕਿ ਇਹਨਾਂ ਵਿੱਚ ਇਮਿਊਨਿਟੀ ਬਣ ਚੁੱਕੀ ਹੋਈ ਹੈ। ਹਾਲਾਂਕਿ ਟੀਕਾਕਰਨ ਨਹੀਂ ਹੋਇਆ, ਪਰ ਐਂਟੀਬਾਡੀਜ਼ ਦਾ ਮਤਲਬ ਹੈ ਕਿ ਉਹਨਾਂ ਵਿੱਚ ਕਿਤੇ ਨਾ ਕਿਤੇ ਹਲਕੀ ਇਨਫੈਕਸ਼ਨ ਹੋਈ, ਜਿਸ ਸਦਕਾ ਉਹਨਾਂ ਦੀ ਬਾਡੀ ਨੇ ਰਿਸਪੌਂਡ ਕਰਕੇ ਆਪਣੇ ਆਪ ਨੂੰ ਤਿਆਰ ਕਰ ਲਿਆ। ਦੂਜੀ ਵੱਡੀ ਗੱਲ ਹੈ ਕਿ ਜਿਹੜੇ ਇਸ ਰਿਸੈਪਟਰਸ 'ਤੇ ਚਿਪਕਣਾ ਹੁੰਦਾ ਇਸ ਨੇ, ਉਹ ਬੱਚਿਆਂ ਦੇ ਵਿੱਚ ਬਹੁਤ ਘੱਟ ਨਾ ਬਰਾਬਰ ਹੀ ਹੁੰਦੇ ਨੇ, ਲੇਟ ਉਮਰ ਵਿੱਚ ਉਹ ਪੈਦਾ ਹੁੰਦੇ ਨੇ। ਸੋ ਇਸ ਕਰਕੇ ਉਹਦਾ ਓਨਾ ਤਗੜਾ ਅਟੈਕ ਅਸੀਂ ਸਮਝ ਸਕਦੇ ਹਾਂ ਛੋਟੇ ਬੱਚਿਆਂ ਵਿੱਚ ਨਹੀਂ ਹੋਣਾ ਚਾਹੀਦਾ। ਤੀਸਰੀ ਚੀਜ਼ ਜਿਹੜੀ ਸਾਡੇ ਕੋਲ ਸਾਹਮਣੇ ਆਈ ਕਿ ਜਿਹੜੇ ਸੀਰੀਅਸ ਹੋਏ ਨੇ ਉਹਨਾਂ ਵਿੱਚ ਇੱਕ ਕਾਵਾਸਾਕੀ ਸਿੰਡਰੋਮ ਨਾਮ ਦੀ, ਯਾਨੀ ਵੱਖੋ ਵੱਖਰੇ ਅੰਗ ਇਨਵੋਲਵ ਹੋ ਜਾਣੇ, ਉਸ ਤਰ੍ਹਾਂ ਦੀ ਸਿਸਟਮ ਆਇਆ ਜਿਹਦੇ ਵਿੱਚ ਦਿਮਾਗ ਦੇ ਕੁਝ ਹਿੱਸੇ ਇਨਵੋਲਵ ਹੋ ਜਾਣੇ, ਚਮੜੀ ਦੇ ਕੁਝ ਹਿੱਸੇ ਇਨਵੋਲਵ ਹੋ ਜਾਣੇ, ਨਾੜੀਆਂ 'ਤੇ ਅਸਰ ਪੈਣਾ, ਇਸ ਤਰ੍ਹਾਂ ਦੇ ਸਿੰਪਟਮਸ, ਦਿਲ ਦੇ ਉੱਤੇ ਅਸਰ ਪੈਣਾ। ਇਹ ਸਿੰਪਟਮਸ ਵੱਖੋ ਵੱਖਰੇ ਸਾਨੂੰ ਦਿਸੇ, ਪਰ ਉਹਨਾਂ ਵਿੱਚ ਸਾਡੇ ਕੋਲ ਅਜੇ ਤੱਕ ਇੱਥੇ ਇੱਕ ਵੀ ਮੌਤ ਹੁਣ ਤੱਕ ਨਹੀਂ ਹੋਈ। ਬੱਚੇ ਸਾਰੇ ਬਚ ਚੁੱਕੇ ਨੇ। ਜਿੱਥੋਂ ਤੱਕ ਅਸੀਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ, ਜਿਹੜੇ ਕੇਸਿਸ ਹੁਣ ਸਾਹਮਣੇ ਆ ਰਹੇ ਨੇ, ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਪਹਿਲੀ ਵੇਵ ਦੇ ਵਿੱਚ ਜ਼ਿਆਦਾ ਬਜ਼ੁਰਗ ਗਏ, ਫਿਰ ਜ਼ਿਆਦਾ ਜਵਾਨ ਇਨਵੋਲਵ ਹੋਏ, ਜਿਨ੍ਹਾਂ ਵਿੱਚ ਉਹਨਾਂ ਦੀਆਂ ਵੀ ਕਾਫੀ ਮੌਤਾਂ ਹੋਈਆਂ। ਉਹਨਾਂ ਮੌਤਾਂ ਨੂੰ ਜੇ ਅਸੀਂ ਦੇਖਦੇ ਹਾਂ ਤਾਂ ਜ਼ਿਆਦਾਤਰ ਉਹ ਸਨ ਜਿਨ੍ਹਾਂ ਨੂੰ ਪਹਿਲਾਂ ਕੋਈ ਕ੍ਰੋਨਿਕ ਡਿਜ਼ੀਜ਼ਿਸ ਸਨ। ਫਿਰ ਇੱਕ ਬਹੁਤ ਮੇਜਰ ਸਾਨੂੰ ਸਿੰਪਟਮ ਦਿਖਿਆ ਕਿ ਜਿਹੜਾ ਸਡਨ ਕਾਰਡੀਅਕ ਅਰੈਸਟ ਹੁੰਦੇ ਰਹੇ, ਉਹ ਜ਼ਿਆਦਾ ਡਰ ਨਾਲ ਜ਼ਿਆਦਾ ਗਏ, ਜਿਨ੍ਹਾਂ ਨੂੰ ਬਿਮਾਰੀ ਵੀ ਉਨੀ ਤਗੜੀ ਨਹੀਂ ਸੀ। ਕਿ ਮੇਰੇ ਨਾਲ ਦੀ ਮੌਤ ਹੋਈ ਅਤੇ ਕੁਝ ਵੀ ਨਹੀਂ ਸੀ ਤਾਂ ਵੀ ਸਡਨ ਹੋ ਗਿਆ। ਫਿਰ ਹੌਲੀ ਹੌਲੀ, ਜਿਵੇਂ ਪਹਿਲਾਂ ਅਸੀਂ ਵੈਂਟੀਲੇਟਰਾਂ 'ਤੇ ਪਾ ਰਹੇ ਸਾਂ, ਹੌਲੀ ਹੌਲੀ ਸਮਝ ਆਈ ਕਿ ਇਹ ਫੇਫੜਿਆਂ ਦੇ ਵਿੱਚ ਲਹੂ ਦੇ ਝੱਪੇ ਜੰਮ ਜਾਣ ਕਾਰਨ ਹੋ ਰਿਹਾ, ਨਾ ਕਿ ਅਸੀਂ ਵੈਂਟੀਲੇਟਰ ਬਹੁਤੇ ਇੱਦਾਂ ਲਾਈ ਜਾਓ। ਅਤੇ ਉਹ ਸਗੋਂ ਮੌਤ ਦਾ ਕਾਰਨ, ਅਮਰੀਕਾ ਵਿੱਚ ਵੀ ਅਸੀਂ ਦੇਖਿਆ ਕਿੰਨੀਆਂ ਮੌਤਾਂ ਹੋਈਆਂ। ਕਾਰਨ ਇਹ ਕਿ ਉਦੋਂ ਸਮਝ ਹੀ ਨਹੀਂ ਸੀ ਆ ਰਹੀ ਕਿ ਹੋਇਆ ਕੀ ਹੈ, ਕਿਉਂਕਿ ਨਵੀਂ ਵਾਇਰਸ ਸੀ। ਹੁਣ ਕਾਫੀ ਕੁਛ ਇਹਦੇ ਬਾਰੇ ਸਮਝ ਆ ਚੁੱਕਿਆ ਹੈ। ਵੱਡੀ ਗੱਲ ਇਹ ਹੈ ਕਿ ਅਸੀਂ ਨਾ ਤਾਂ ਮਾਸਕ ਪਾਣੋਂ ਹਟੇ ਹਾਂ, ਮਤਲਬ ਉਹ ਲਾਣੇ ਹਟੇ ਹਾਂ, ਯਾਨੀ ਲਾਉਂਦੇ ਹੀ ਨਹੀਂ ਮਾਸਕ। ਅਤੇ ਦੂਜੀ ਗੱਲ, ਅਸੀਂ ਠੋਡੀ 'ਤੇ ਪਤਾ ਨਹੀਂ ਕਿਉਂ ਚਿਪਕਾ ਕੇ ਰੱਖਦੇ ਹਾਂ, ਜਿਸ ਦਾ ਕੋਈ ਮਾਇਨਾ ਨਹੀਂ ਹੈ। ਫਿਰ ਵੱਡੀ ਗੱਲ ਕਿ ਅਸੀਂ ਇਕੱਠ ਕਰਨੋਂ ਹਟੇ ਨਹੀਂ। ਤੁਹਾਡੇ ਸਾਹਮਣੇ ਹੈ ਕਿ ਹਿਮਾਚਲ ਜਿਵੇਂ ਹੀ ਖੁੱਲ੍ਹਿਆ ਤਾਂ ਕੀ ਹਾਲ ਕਰ ਦਿੱਤਾ ਸੀ, ਅਤੇ ਕਿਵੇਂ ਹਿਮਾਚਲ 'ਚ ਕੇਸਿਸ ਇੱਕਦਮ ਇਨਕਰੀਜ਼ ਹੋਏ। ਸੋ ਕਾਰਨ ਅਸੀਂ ਆਪ ਹੀ ਇਹ ਲਿਆ ਰਹੇ ਹਾਂ। ਉਹਨੂੰ ਉਨਾ ਸਮਾਂ ਹੀ ਨਹੀਂ ਦੇ ਰਹੇ ਕਿ ਇਹ ਵਾਇਰਸ ਆਪਣੇ ਆਪ ਖਤਮ ਹੋ ਜਾਏ, ਇੱਕ ਤੋਂ ਦੂਜੇ ਨੂੰ ਜਾਵੇ ਹੀ ਨਾ, ਅਤੇ ਮੁੱਕ ਜਾਏਗੀ। ਪਰ ਅਸੀਂ ਉਹ ਸਮਾਂ ਹੀ ਨਹੀਂ ਦੇ ਰਹੇ। ਨਾ ਤਾਂ ਅਸੀਂ ਯਾਨੀ ਇਕੱਠ ਤੋਂ ਹਟੇ ਹਾਂ। ਬਾਜ਼ਾਰਾਂ ਵਿੱਚ ਜਿੱਥੇ ਦੇਖ ਲਓ, ਭਾਵੇਂ ਤੁਸੀਂ ਭੀੜ, ਧੱਕੇ ਵੱਜਦੇ ਨੇ, ਜਾਂ ਸਮਾਗਮਾਂ ਵਿੱਚ ਦੇਖ ਲਓ, ਹਰ ਤਰ੍ਹਾਂ ਦੇ, ਭਾਵੇਂ ਉਹ ਪੋਲੀਟੀਕਲ ਨੇ ਜਾਂ ਵਿਆਹ ਨੇ, ਕਿਸੇ ਵੀ ਹਾਲ 'ਤੇ ਅਸੀਂ ਇਕੱਠੇ ਹੋਣ ਤੋਂ ਪਾਸੇ ਨਹੀਂ ਹੋ ਰਹੇ। ਜਿੱਥੋਂ ਤੱਕ ਸਵਾਲ ਇਹ ਮੌਤਾਂ ਜਿਹੜੀਆਂ ਹੋਈਆਂ, ਜਿੰਨੀਆਂ ਘਰਾਂ ਦੇ ਵਿੱਚ ਜਿਹੜੇ ਰਹੇ ਨੇ,
ਇਹ ਵੀ ਵੇਖਣ ਵਿੱਚ ਆਇਆ ਕਿ ਉਹਨਾਂ ਥਾਵਾਂ 'ਤੇ ਰਿਕਵਰੀ ਛੇਤੀ ਹੋਈ, ਉਹ ਆਈਸੋਲੇਟ ਵੀ ਕਰ ਸਕੇ। ਤੇ ਇੱਕ ਹੋਰ ਬੜੀ ਇੰਪੋਰਟੈਂਟ ਬੜੀ ਇੰਟਰਸਟਿੰਗ ਚੀਜ਼ ਲੱਭੀ ਕਿ ਹਸਬੈਂਡ ਵਾਈਫ ਸੇਮ ਦੋਨੋਂ ਇੱਕੋ ਹੀ ਬੈੱਡ ਦੇ ਉੱਤੇ ਪਿਆ ਹੋਇਆਂ ਨੂੰ ਵੀ ਹਸਬੈਂਡ ਨੂੰ ਹੋ ਗਿਆ ਤੇ ਵਾਈਫ ਨੂੰ ਬਿਲਕੁਲ 1% ਵੀ ਉਹਦੀ ਕੋਈ ਈਵਨ ਐਂਟੀਬਾਡੀਜ਼ ਤੱਕ ਵੀ ਨਹੀਂ ਸੀ। ਇਹਦਾ ਕੀ ਕਾਰਨ ਹੈ? ਸੋ ਇਹਦੇ ਉੱਤੇ ਹੁਣ ਰਿਸਰਚ ਜਦੋਂ ਕੀਤੀ ਗਈ, ਜੋ ਕਿ ਹਾਲੇ ਕਿਉਂਕਿ ਇਹ ਸਾਰੀਆਂ ਕੋਈ ਫਾਈਨਲ ਰਿਜ਼ਲਟਸ ਕਿਸੇ ਦਾ ਨਹੀਂ ਆਇਆ, ਦੇਖਣ ਵਿੱਚ ਆਇਆ ਕਿ ਵੀ ਵੱਖੋ ਵੱਖਰੇ ਸਰੀਰ ਨੇ, ਤੁਹਾਡੀ ਆਪਣੀ ਇਮਿਊਨਿਟੀ ਹੈ ਕਿ ਤੁਸੀਂ ਕਿੰਨਾ ਕੁ ਉਸ ਵਾਇਰਸ ਨੂੰ ਕਿੰਨੀ ਡੋਜ਼ ਵਿੱਚ ਗਈ, ਕਿੰਨੀ ਕੁ ਤੁਹਾਡੀ ਬਾਡੀ ਨੇ ਉਹਨੂੰ ਰਿਸਪੌਂਡ ਕੀਤਾ ਤੇ ਕਿੰਨਾ ਕੁ ਪੋਜ਼ਿਟਿਵ ਤੁਹਾਡਾ ਐਟੀਟਿਊਡ ਸੀ। ਸੋ ਉਹਦੇ ਹਿਸਾਬ ਨਾਲ ਇਹ ਜੇ ਹਸਬੈਂਡ ਵਾਈਫ ਜਾਂ ਸੇਮ ਘਰ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਵਾਇਰਸ ਸਾਰਿਆਂ ਨੂੰ ਨਹੀਂ ਚਿੰਬੜ ਰਹੀ, ਤਾਂ ਫਿਰ ਇੱਕ ਸਵਾਲ ਹੈ ਕਿ ਐਡੇ ਵੱਡੇ ਇਕੱਠ ਵਿੱਚ ਜੋ ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਫੈਲਦੀ ਹੈ, ਕਾਰਨ ਕੀ ਹੈ? ਉਹਨਾਂ ਥਾਵਾਂ ਉੱਤੇ ਦਰਅਸਲ ਸਿਰਫ ਇੱਕ ਇਹ ਵਾਇਰਸ ਨਹੀਂ ਹੁੰਦਾ, ਜਦੋਂ ਇਕੱਠ ਹੁੰਦੀ ਹੈ ਬਹੁਤ ਸਾਰੇ ਸਾਹ ਵੀ ਉਸੇ ਤਰ੍ਹਾਂ ਰਲੇ, ਬੜੀਆਂ ਸਾਰੀਆਂ ਇੱਕ ਦੂਜੇ ਤੋਂ ਬਿਮਾਰੀਆਂ ਜਿਨ੍ਹਾਂ 'ਚ ਹੋਰ ਵਾਇਰਸਿਸ ਹੋਣਗੇ, ਹੋਰ ਬੈਕਟੀਰੀਆ ਹੋਣਗੇ, ਜਾਂ ਉਹਨਾਂ ਇਕੱਠਾਂ ਵਿੱਚ ਜਿਹੜੇ ਕਰੋਨਿਕ ਡਿਜ਼ੀਜ਼ਸ ਨਾਲ ਪੀੜਤ ਹੋਣਗੇ, ਉਹ ਹੁੰਦੇ ਨੇ ਜਿਹੜੇ ਛੇਤੀ ਇਹਦੇ ਪਕੜ ਹੇਠ ਆ ਜਾਂਦੇ ਨੇ ਤੇ ਅੱਗੋਂ ਛੇਤੀ ਦੇ ਵੀ ਦਿੰਦੇ ਨੇ। ਸਿਮਿਲਰਲੀ ਸਕੂਲਾਂ ਵਿੱਚ ਹੁਣ ਕੀ ਹੋ ਰਿਹਾ ਕਿ ਬੱਚਿਆਂ ਨੂੰ ਉਨੀ ਸੀਰੀਅਸ ਬਿਮਾਰੀ ਨਹੀਂ ਹੈ, ਪਰ ਕਿਉਂਕਿ ਇਹਨਾਂ ਨੂੰ ਕਹਿੰਦੇ ਨੇ ਕਿ ਗ੍ਰੇਟ ਸਪਰੈਡਰਸ ਨੇ, ਸੋ ਇਹ ਵੱਡਿਆਂ ਨੂੰ ਸਗੋਂ ਬਿਮਾਰੀ ਦੇ ਜਾਂਦੇ ਨੇ। ਤੇ ਇੱਕ ਬੱਚੇ ਨੇ 10 ਬੱਚਿਆਂ ਨਾਲ ਖੇਡਣਾ ਤੇ ਉਹ 10 ਨੇ ਘਰਾਂ 'ਚ ਜਾਣਾ ਤੇ ਹਰ ਇੱਕ ਦੇ ਵੱਡੇ ਵੀ ਨੇ, ਉਹਨਾਂ ਵਿੱਚੋਂ ਕੋਈ ਸੀਰੀਅਸ ਹੋ ਜਾਵੇ ਜਿਹੜਾ ਬਿਮਾਰੀਆਂ ਜਿਨ੍ਹਾਂ ਨੂੰ ਪਹਿਲਾਂ ਹਨ, ਇਸ ਖਤਰੇ ਸਦਕਾ ਇਹ ਦਰਅਸਲ ਕਿ ਬੱਚਿਆਂ ਤੋਂ ਅੱਗੋਂ ਨਾ ਹੋਰ ਫੈਲ ਜਾਏ ਦੀ ਅਸੀਂ ਗੱਲ ਕਰ ਰਹੇ ਹਾਂ। ਪਰ ਜਿਸ ਹਿਸਾਬ ਨਾਲ ਹੁਣ ਦੁਬਾਰਾ ਵੱਡੀ ਗਿਣਤੀ ਕੇਸ ਆਏ ਨੇ, ਪਹਿਲਾਂ ਨਾਲੋਂ ਮੌਤ ਦਰ ਕਿਤੇ ਘੱਟ ਹੈ। ਪਰ ਮੈਨੂੰ ਨਹੀਂ ਪਤਾ ਕੀ ਅਸੀਂ ਕਾਰਨ, ਇੰਟਰਨੈਸ਼ਨਲ ਲੈਵਲ ਦੇ ਫਿਗਰਸ ਜੋ ਹੁਣ ਰਿਲੀਜ਼ ਹੋਏ ਨੇ 1.3% ਡੈਥ ਰੇਟ ਵਰਲਡ ਲੈਵਲ 'ਤੇ ਹੈ, ਇਕੱਲੇ ਰਜਿੰਦਰਾ 'ਚ 6.7% ਜੋ ਦੱਸਿਆ ਗਿਆ ਬਹੁਤ ਹਾਈ ਹੈ। ਮੇਰਾ ਖਿਆਲ ਹੈ ਲੋਕ ਆਪ ਸਮਝ ਜਾਣਗੇ, ਮੈਂ ਇਸ ਤੋਂ ਵੱਧ ਨਹੀਂ ਕੁਝ ਕਹਿਣਾ ਚਾਹੁੰਦੀ। ਪਰ ਗੱਲ ਇਹ ਹੈ ਕਿ ਬੱਚਿਆਂ ਨੂੰ ਜਿੰਨਾ ਕੁ ਸਾਨੂੰ ਡਰ ਪੈਦਾ ਕੀਤਾ ਗਿਆ ਸੀ ਅੰਤਰਰਾਸ਼ਟਰੀ ਪੱਧਰ 'ਤੇ, ਓਨਾ ਡਰ ਸ਼ਾਇਦ ਨਾ ਹੋਵੇ ਬੱਚਿਆਂ ਦੀ ਜ਼ਿੰਦਗੀ ਉੱਤੇ ਜਿੰਨਾ ਫੈਲਾ ਦਿੱਤਾ ਗਿਆ। ਪਰ ਆਉਣ ਵਾਲਾ ਸਮਾਂ ਕੀ ਕਹਿੰਦਾ ਹਜੇ ਪਤਾ ਨਹੀਂ। ਅਮਰੀਕਾ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਸਿਰਫ ਉਹੀ ਜ਼ਿਆਦਾ ਫਸ ਰਹੇ ਨੇ ਜਾਂ ਉਹਨਾਂ ਦੀ ਮੌਤ ਹੋ ਰਹੀ ਹੈ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਾਈ। ਸੋ ਬੈਟਰ ਹੈ ਕਿ ਅਸੀਂ ਵੈਕਸੀਨੇਸ਼ਨ ਜੇ ਕਰਵਾ ਲਈਏ ਤਾਂ ਉਹ ਸਿਵਿਰਿਟੀ ਆਫ ਡਿਜ਼ੀਜ਼ ਘਟ ਜਾਂਦੀ ਹੈ। ਹਾਲਾਂਕਿ ਕੇਸਿਸ ਬਹੁਤ ਨੇ ਜਿਨ੍ਹਾਂ ਵਿੱਚ ਵੈਕਸੀਨੇਟਿਡ ਸਨ, ਫਿਰ ਵੀ ਉਹਨਾਂ ਨੂੰ ਬਿਮਾਰੀ ਹੋਈ। ਖਾਸ ਕਰਕੇ ਕੇਰਲਾ ਦਾ ਜੇ ਡਾਟਾ ਲਈਏ ਤਾਂ ਕੇਰਲਾ ਦੇ ਵਿੱਚ ਕਾਫੀ ਲੋਕ ਨੇ, ਮੇਰੇ ਖਿਆਲ 4000 ਉਹ ਲੋਕ ਨੇ ਜੇ 4000 ਤੋਂ ਵੀ ਉੱਪਰ ਜਿਨ੍ਹਾਂ ਨੇ ਡਬਲ ਡੋਜ਼ ਲਈ ਸੀ ਤਾਂ ਵੀ ਉਹਨਾਂ ਨੂੰ ਜੀ ਉਹੀ ਮੈਂ ਦੱਸਣ ਲੱਗੀ ਸਾਂ ਕਿ ਇਹ ਕੇਸਿਸ ਨੇ ਜਿਨ੍ਹਾਂ 'ਚ ਵੇਰੀਐਂਟ ਨੇ ਅਟੈਕ ਕੀਤਾ, ਪਰ ਉਹਨਾਂ ਵਿੱਚ ਡੈਥ ਰੇਟ ਜੋ ਦੇਖਿਆ ਗਿਆ ਉਹ ਨਾ ਬਰਾਬਰ ਹੈ। ਇਸ ਕਾਰਨ ਵੈਕਸੀਨੇਸ਼ਨ ਦੇ ਹੁੰਦਿਆਂ ਹੋਇਆਂ ਬਿਮਾਰੀ ਹੁੰਦੀ ਹੈ ਤਾਂ ਉਹਦੇ ਤੋਂ ਮੌਤ ਦਰ ਜਾਂ ਮਰਨ ਦਾ ਤੁਹਾਡਾ ਖਤਰਾ ਕਾਫੀ ਘੱਟ ਹੋ ਸਕਦਾ। ਤੇ ਇਹ ਜਿਹੜੇ ਮਤਲਬ ਅਜੇ ਤਾਂ ਸੰਭਾਵਨਾ ਜਿਹੜੀ ਆ ਸਤੰਬਰ ਅਕਤੂਬਰ ਦੇ ਵਿੱਚ ਕਿਹਾ ਜਾਂਦਾ ਵੀ ਅਗਲਾ ਮਹੀਨਾ ਤੇ ਅਕਤੂਬਰ ਤੱਕ ਮਤਲਬ ਜੇ ਆਈ ਤਾਂ ਮਤਲਬ ਉਹਨਾਂ ਦੇ ਵਿੱਚ ਮਹੀਨਿਆਂ 'ਚ ਹੋਏਗੀ। ਤੇ ਇਹਤਿਆਤ ਕੀ ਲੋਕ ਕਰਨਾ, ਇਹਦੇ 'ਚ ਇਹਤਿਆਤੀ ਕਦਮ ਕੀ ਹੋ ਸਕਦੇ, ਪ੍ਰੀਕਾਸ਼ਨ ਕੀ? ਸਭ ਤੋਂ ਵੱਡੀ ਤਾਂ ਪ੍ਰੀਕਾਸ਼ਨ ਕਿ ਵੈਕਸੀਨੇਸ਼ਨ ਸਾਨੂੰ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ, ਕਿਉਂਕਿ ਵੈਕਸੀਨੇਸ਼ਨ ਸਾਨੂੰ ਘੱਟੋ ਘੱਟ ਮੌਤ ਤੋਂ ਬਚਾ ਲੈਂਦੀ ਹੈ, ਤਾਂ ਬਿਮਾਰੀ ਤਾਂ ਆਣੀ ਜਾਣੀ ਚੀਜ਼ ਹੈ। ਦੂਸਰੀ ਇੰਪੋਰਟੈਂਟ ਚੀਜ਼ ਹੈ ਕਿ ਅਸੀਂ ਪੋਜ਼ੀਟਿਵ ਐਟੀਟਿਊਡ ਰੱਖੀਏ ਲਾਈਫ ਪ੍ਰਤੀ ਕਿ ਇੱਕ ਵਾਇਰਸ ਹੀ ਹੈ, ਖੰਘ ਜ਼ੁਕਾਮ ਕਰੇਗੀ ਚਲੇ ਜਾਏਗੀ, ਸੋ ਉਹਦੇ ਨਾਲ ਕਾਫੀ ਤੁਸੀਂ ਛੇਤੀ ਰਿਕਵਰ ਕਰੋਗੇ। ਤੀਸਰੀ ਚੀਜ਼ ਕਿ ਜ਼ਿਆਦਾ ਹਰੀਆਂ ਸਬਜ਼ੀਆਂ ਖਾਓ, ਇਹਨਾਂ ਦੇ ਵਿਚਲੇ ਸਲੀਨੀਅਮ, ਮੈਗਨੀਸ਼ੀਅਮ, ਮੈਂਗਨੀਜ਼ ਇਹ ਤੁਹਾਨੂੰ ਲੱਗਦੀਆਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ, ਪਰ ਇਹਨਾਂ ਦੇ ਨਾਲ ਸਾਡੀ ਸਰੀਰ ਦੀ ਇਮਿਊਨਿਟੀ ਬੜੀ ਤਗੜੀ ਹੈ। ਕੁਦਰਤੀ ਚੀਜ਼ਾਂ ਰਾਹੀਂ ਜ਼ਿੰਕ ਜਦੋਂ ਆਉਂਦਾ ਸਾਨੂੰ ਬਹੁਤ ਫਾਇਦਾ ਦਿੰਦਾ ਹੈ। ਸੋ ਜ਼ਿਆਦਾ ਅਸੀਂ ਹਰੀਆਂ ਸਬਜ਼ੀਆਂ ਖਾਈਏ, ਜ਼ਿਆਦਾ ਫਲ ਖਾਈਏ, ਇਹ ਸਾਨੂੰ ਪੋਜ਼ਿਟਿਵ ਸਾਡੇ ਇਹ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਇਹਦੇ ਨਾਲ ਹੋ ਜਾਂਦੀਆਂ, ਪੋਜ਼ਿਟਿਵ એનર્ਜੀ ਮਿਲ ਜਾਂਦੀ ਹੈ। ਫਿਰ ਇੱਕ ਇਹਤਿਆਤ ਇਹ ਕਿ ਅਸੀਂ ਇਕੱਠ ਜਿੱਥੇ ਹੋਵੇ ਉੱਥੇ ਮਾਸਕ ਪਾ ਕੇ ਹੀ ਨਿਕਲੀਏ, ਕਿਉਂਕਿ ਬਿਨਾਂ ਮਾਸਕ ਦੇ ਅਸੀਂ ਨਾ ਸਿਰਫ ਇੱਕ ਕਰੋਨਾ, ਬਹੁਤ ਸਾਰੀਆਂ ਹੋਰ ਵੀ ਇਸ ਵੇਲੇ ਨਾਲ ਬਿਮਾਰੀਆਂ ਜੋ ਹੋ ਰਹੀਆਂ ਨੇ, ਇੱਕ ਵੱਖੋ ਵੱਖਰੀਆਂ ਵਾਇਰਸਿਸ ਰਲ ਮਿਲ ਕੇ ਕਰ ਰਹੀਆਂ ਨੇ, ਉਹਨਾਂ ਤੋਂ ਬਚਾਅ ਹੋ ਸਕਦਾ। ਜਿੰਨਾ ਕੁ ਅਵੋਇਡ ਕਰ ਸਕਦੇ ਹਾਂ ਬਾਹਰ ਨਿਕਲਣਾ ਓਨਾ ਕੁ ਕਰੀਏ, ਜਿੰਨਾ ਕੁ ਲੋੜ ਹੈ ਉਹ ਤਾਂ ਅਸੀਂ ਨਿਕਲਣਾ ਹੀ ਨਿਕਲਣਾ,
ਪਰ ਮਾਸਕ ਬਹੁਤ ਜ਼ਿਆਦਾ ਬਚਾ ਸਕਦਾ। ਇੱਥੋਂ ਤੱਕ ਕਿ ਜੇ ਅਸੀਂ 10 ਮਿੰਟ ਤੱਕ ਕਿਸੇ ਕੋਵਿਡ ਪੋਜ਼ਿਟਿਵ ਮਰੀਜ਼ ਦੇ ਨਾਲ ਵੀ ਖੜੇ ਹਾਂ, ਸ਼ੇਕ ਹੈਂਡ ਵੀ ਕਰ ਲਿਆ, ਸਭ ਕੁਝ ਕਰ ਲਿਆ, ਪਰ ਮਾਸਕ ਪਾਇਆ ਸੀ, ਤਾਂ ਬਾਅਦ ਵਿੱਚ ਜੇ ਤੁਸੀਂ ਹੱਥ ਧੋ ਲਏ ਨੇ ਤਾਂ ਤੁਹਾਨੂੰ ਇਹ ਬਿਮਾਰੀ ਨਹੀਂ ਹੋਏਗੀ। ਇੰਨੀ ਪ੍ਰੋਟੈਕਸ਼ਨ ਇਹ ਮਾਸਕ ਦੇ ਦਿੰਦਾ। ਸੋ ਕੋਸ਼ਿਸ਼ ਕਰੀਏ ਵੀ ਆਪਾਂ ਮਾਸਕ ਅਜੇ ਜਾਰੀ ਰੱਖੀਏ, ਪਰ ਮਾਸਕ ਦੀ ਵੀ ਖਾਸ ਜੋ ਅਸੀਂ ਵਰਤ ਰਹੇ ਹਾਂ ਕਿ ਆਮ ਤੌਰ 'ਤੇ ਜੋ ਪਤਾ ਨਹੀਂ ਕਿਉਂ ਇਹ ਕਿ ਡਾਇਮੰਡ ਸਟੱਡਡ ਜਾਂ ਜਾਲੀਦਾਰ ਮਾਸਕ ਪਾ ਕੇ ਅਸੀਂ ਇਹਨੂੰ ਵੀ ਇੱਕ ਕਰੋਨਾ ਨੂੰ ਲੁਭਾਉਣ ਦਾ ਢੰਗ ਲੱਭ ਲਿਆ, ਜਾਂ ਚੁੰਨੀਆਂ ਟੇਡੀਆਂ ਜਿਹੀਆਂ ਲਟਕਾ ਕੇ, ਇਸ ਤਰੀਕੇ ਨਾਲ ਕਰੋਨਾ ਦਾ ਇਹ ਮਾਸਕ ਦਾ ਕੰਮ ਨਹੀਂ ਕਰਦਾ। ਸੋ ਪ੍ਰੋਪਰ ਅਸੀਂ ਡਬਲ ਲੇਅਰਡ ਕੱਪੜੇ ਦਾ ਮਾਸਕ ਵੀ ਹੋਵੇ, ਜਾਂ ਜਿੱਥੇ ਤੁਹਾਨੂੰ ਖਤਰਾ ਹੈ ਵੀ ਕੋਵਿਡ ਦੇ ਨੇੜੇ ਜਾਣਾ, ਉੱਥੇ ਆਮ ਸਰਜੀਕਲ 10-5 ਰੁਪਏ ਦਾ ਮਾਸਕ ਇਹ ਤੁਸੀਂ ਵਰਤ ਕੇ ਜਾ ਸਕਦੇ ਹੋ। ਇੰਨੀ ਕੁ ਪ੍ਰੋਟੈਕਸ਼ਨ ਹੀ ਬਥੇਰੀ ਹੈ ਇਸ ਵੇਲੇ। ਤੁਸੀਂ ਕਿਹਾ ਵੀ ਸਬਜ਼ੀਆਂ ਖਾਣੀਆਂ ਚਾਹੀਦੀਆਂ, ਹੋਰ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ। ਪਿਛਲੇ ਕਰੋਨਾ ਕਾਲ ਦੇ ਵਿੱਚ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਏ, ਜਿਨ੍ਹਾਂ ਦੀ ਗਿਣਤੀ ਕਰੋੜਾਂ 'ਚ ਹੈ। ਜਿਨ੍ਹਾਂ ਕੋਲ 2 ਰੰਗ ਦੀ ਰੋਟੀ ਨਹੀਂ, ਉਹਨਾਂ ਦਾ ਕੀ ਹਾਲ ਹੋਇਆ ਇਹਦੇ 'ਚ? ਉਹ ਕੀ ਕਰਨ? ਜੀ ਬਿਲਕੁਲ। ਦਰਅਸਲ ਉਹਨਾਂ ਦੀ ਇਮਿਊਨਿਟੀ, ਤੁਸੀਂ ਹੈਰਾਨ ਹੋਵੋਗੇ, ਵੱਧਦੇ ਜਿੰਨਾ ਮਿੱਟੀ ਨਾਲ ਮਿੱਟੀ ਅਸੀਂ ਹੁੰਦੇ ਰਹੀਏ, ਜਿੰਨਾ ਜ਼ਮੀਨ ਦੇ ਨਾਲ ਅਸੀਂ ਜੁੜੇ ਰਹੀਏ, ਉਹਨਾਂ ਸਾਨੂੰ ਕੁਦਰਤ ਸਾਡੀ ਇਮਿਊਨਿਟੀ ਬਣ ਜਾਂਦੀ ਹੈ। ਸਾਡੇ ਸਰੀਰ ਦੇ ਉੱਤੇ ਬਾਹਰ ਜੋ ਚੰਗੇ ਬੈਕਟੀਰੀਆ ਸਾਡੇ ਨਾਲ ਲੱਗੇ ਹੁੰਦੇ ਨੇ, ਚਿੰਬੜੇ ਹੁੰਦੇ ਨੇ, ਇਹ ਮਾੜੇ ਬੈਕਟੀਰੀਆ ਨੂੰ ਨੇੜੇ ਹੀ ਨਹੀਂ ਆਉਣ ਦਿੰਦੇ, ਜਾਂ ਅਨੇਕ ਕਿਸਮ ਦੇ ਵਾਇਰਸਿਸ ਨੂੰ ਨੇੜੇ ਹੀ ਨਹੀਂ ਆਉਣ ਦਿੰਦੇ। ਜੋ ਸਾਡੀ ਚਮੜੀ ਦੇ ਉੱਤੇ ਬੈਠੀਆਂ ਨੇ ਉਹ ਚੰਗੀਆਂ ਵਾਇਰਸਿਸ ਨੇ। ਸੋ ਉਹ ਜਿਹੜੇ ਮਿੱਟੀ 'ਚ ਮਿੱਟੀ ਰਲੇ ਹੋਏ ਨੇ, ਤੁਸੀਂ ਦੇਖੋਗੇ ਕਿਸਾਨ ਵੀਰਾਂ ਵਿੱਚ ਵੀ ਇਸੇ ਲਈ ਬਹੁਤ ਘੱਟ ਨਾ ਬਰਾਬਰ ਸੀ, ਕਿਉਂਕਿ ਉਹ ਜ਼ਮੀਨ ਨਾਲ ਜੁੜੇ ਨੇ। ਜਿੰਨਾ ਜ਼ਮੀਨ ਤੋਂ ਅਸੀਂ ਪਰਾਂ ਹੁੰਦੇ ਜਾਂਦੇ ਹਾਂ, ਬੱਚੇ ਨੂੰ ਥੱਲੇ ਨਹੀਂ ਰੱਖਣਾ, ਥੱਲੇ ਨਾ ਤੁਰੇ, ਗੋਦੀ 'ਚ ਰਵੇ, ਹੱਥ ਸਾਰਾ ਦਿਨ ਹੀ ਧੋਈ ਜਾਓ, ਅਤੇ ਜੋ ਨੁਕਸਾਨ ਅਸੀਂ ਆਪਣਾ ਸੈਨੀਟਾਈਜ਼ਰਾਂ ਨਾਲ ਕੀਤਾ, ਇਹ ਵਾਕਈ ਮੇਰਾ ਖਿਆਲ ਹੈ ਰਿਕਵਰ ਨਹੀਂ ਹੋ ਸਕਣਾ। ਇਹਦੇ ਲੌਂਗ ਟਰਮ ਇਫੈਕਟਸ ਸਾਨੂੰ ਦੱਸਣਗੇ। ਅਸੀਂ ਲੀਟਰਾਂ ਦੇ ਹਿਸਾਬ ਨਾਲ ਅੰਦਰ ਲੰਘਾ ਚੁੱਕੇ ਹਾਂ, ਵਾਰ-ਵਾਰ ਉਹਨਾਂ ਨਾਲ ਹੱਥ ਧੋ ਕੇ ਉਸੇ ਤਰ੍ਹਾਂ ਮੂੰਹ 'ਚ ਪਾਈ ਜਾਂਦੇ ਹਾਂ। ਸੋ ਇਹ ਸਭ ਅੰਦਰ ਲੰਘ ਰਿਹਾ, ਜੇ ਛਿੜਕਾਅ ਕਰ ਕਰਕੇ ਬੁਰਾ ਹਾਲ ਕੀਤਾ ਹੋਇਆ। ਸੋ ਉਹ ਸਾਡੇ ਕੁਦਰਤੀ ਤੌਰ 'ਤੇ ਜੋ ਚੰਗੇ ਬੈਕਟੀਰੀਆ ਸਾਨੂੰ, ਚੰਗੀਆਂ ਵਾਇਰਸਿਸ ਸਾਨੂੰ, ਉਹਨਾਂ ਨੂੰ ਖ਼ਤਮ ਕਰ ਦਿੱਤਾ। ਸੋ ਸਾਡੀ ਚਮੜੀ ਪਹਿਲਾਂ ਤਾਂ ਤਿਆਰ ਬੈਠੀ ਹੈ ਮਾੜੇ ਬੈਕਟੀਰੀਆ ਅਤੇ ਮਾੜੇ ਵਾਇਰਸਿਸ ਨੂੰ ਫੜਨ ਲਈ। ਇਸੇ ਤਰ੍ਹਾਂ ਜੋ ਅੰਦਰ ਲੰਘ ਕੇ ਸਾਨੂੰ ਕੈਂਸਰ ਤੱਕ ਤੋਂ ਬਚਾਉਣ ਵਾਲੇ ਚੰਗੇ ਬੈਕਟੀਰੀਆ, ਵਾਇਰਸਿਸ ਜੋ ਬੈਠੇ ਸਨ, ਜਿਨ੍ਹਾਂ ਨੇ ਸਾਡਾ ਬੀ ਕੰਪਲੈਕਸ ਵੀ ਅੰਦਰੋਂ ਬਣਾਉਣਾ, ਹੋਰ ਵੀ ਬਹੁਤ ਉਹ ਮਾੜੀਆਂ ਚੀਜ਼ਾਂ ਅੰਦਰ ਵੜਦੀਆਂ ਨੂੰ ਮਾਰ ਮੁਕਾਉਂਦੇ ਸਨ, ਉਹ ਅਸੀਂ ਹੌਲੀ ਹੌਲੀ ਖ਼ਤਮ ਕਰੀ ਜਾ ਰਹੇ ਹਾਂ। ਸੋ ਅਸੀਂ ਪਹਿਲਾਂ ਤਾਂ ਐਕਸਟੈਂਸਿਵ ਯੂਸੇਜ ਜੋ ਸੈਨੀਟਾਈਜ਼ਰਸ ਦੀ, ਉਹਨਾਂ ਨੂੰ ਬੰਦ ਕਰੀਏ। ਆਮ ਸਾਬਣਾਂ ਨਾਲ ਹੱਥ ਧੋ ਲਓ, ਬਹੁਤ ਵਧੀਆ। ਉਹੀ ਚੀਜ਼ ਅਸੀਂ ਫਰਸ਼ਾਂ 'ਤੇ ਕਰ ਰਹੇ ਹਾਂ ਕਿ ਜਿੰਨੀ ਵੱਧ ਸੈਨੀਟਾਈਜ਼, ਸਾਰੀ ਕਦੇ ਮੇਜ਼ ਕਦੇ ਕੁਰਸੀ, ਸਾਰਾ ਹੀ ਦਿਨ ਕਰੀ ਜਾਣਾ। ਇਹਨਾਂ ਦੇ ਸਾਈਡ ਇਫੈਕਟਸ ਵਾਕਈ ਜੋ ਦਿਸਣੇ ਸ਼ੁਰੂ ਹੋ ਚੁੱਕੇ ਨੇ। ਚਮੜੀ ਦੀਆਂ ਬਿਮਾਰੀਆਂ ਬਹੁਤ ਵੱਧ ਗਈਆਂ ਨੇ, ਅੱਖਾਂ ਦੀਆਂ ਬਿਮਾਰੀਆਂ ਬਹੁਤ ਵੱਧ ਗਈਆਂ ਨੇ, ਪਰ ਕਿੰਨਾ ਕੁ ਇਹ ਕੈਂਸਰ ਵਰਗੀਆਂ ਮਾੜੀਆਂ ਬਿਮਾਰੀਆਂ ਵੱਲ ਲੈ ਕੇ ਜਾਏਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਕਰੋਨਿਕ ਸਾਡੇ ਕੋਲ ਡਿਜ਼ੀਜ਼ਸ ਦੇ ਬਹੁਤ ਕੇਸ ਆ ਰਹੇ ਨੇ, ਜਿਨ੍ਹਾਂ 'ਚ ਪੋਸਟ ਕੋਵਿਡ ਜੋ ਸਟ੍ਰੈਸ ਡਿਸਆਰਡਰਸ ਵੀ ਆ ਰਹੇ ਨੇ, ਜਿਨ੍ਹਾਂ 'ਚ ਲਗਾਤਾਰ ਤਣਾਅ ਅਧੀਨ ਵੀ, ਜਾਂ ਪੱਠਿਆਂ ਦੀ ਦਰਦ ਲਗਾਤਾਰ ਰਹਿਣੀ, ਕਮਜ਼ੋਰੀ ਕਈ ਮਹੀਨੇ ਮਹਿਸੂਸ ਹੋਈ ਜਾਣੀ, ਰਾਤ ਨੂੰ ਰੋਣ ਦਾ ਦਿਲ ਕਰਨਾ, ਢਹਿੰਦੀ ਕਲਾ 'ਚ ਚਲੇ ਜਾਣਾ। ਇਹ ਚੀਜ਼ਾਂ ਕਾਫੀ ਉੱਭਰ ਕੇ ਸਾਹਮਣੇ ਆਈਆਂ ਨੇ, ਪਰ ਜਿਹੜੇ ਕਿਰਤੀ ਲੋਕ ਨੇ, ਕੰਮਕਾਰ ਨੇ ਕਰਨ ਵਾਲੇ, ਉਹਨਾਂ ਵਿੱਚ ਇਹ ਚੀਜ਼ਾਂ ਨਹੀਂ ਦਿਸੀਆਂ। ਦੇਖੋ ਬੜੀ ਕਮਾਲ ਦੀ ਚੀਜ਼ ਹੈ। ਦੱਸ ਰਹੇ ਹਾਂ ਕਿ ਜੇ ਤੁਸੀਂ ਆਪ ਹਿੰਮਤ ਰੱਖਦੇ ਹੋ, ਪੋਜ਼ਿਟਿਵ ਐਟੀਟਿਊਡ ਰੱਖਦੇ ਹੋ, ਚੜ੍ਹਦੀ ਕਲਾ 'ਚ ਰਹਿੰਦੇ ਹੋ, ਤਾਂ ਬਿਮਾਰੀ ਨੇੜੇ ਨਹੀਂ ਫਟਕ ਸਕਦੀ। ਇਹਦੇ 'ਚ ਕੀ ਮਤਲਬ ਨਤੀਜਾ ਕੱਢਿਆ ਜਾਵੇ? ਆਮ ਜਨਤਾ ਜਿਹੜੀ ਮਿਹਨਤ ਮਸ਼ੱਕਤ ਕਰਦੇ ਲੋਕ ਆ, ਉਹਨਾਂ ਨੂੰ ਘੱਟ ਤੋਂ ਘੱਟ ਬਿਮਾਰੀ ਹੈਗੀ ਹੈ। ਅਤੇ ਕਿਸਾਨੀ ਦੀ ਗੱਲ ਤੁਸੀਂ ਕੀਤੀ ਹੈ, ਕਿਸਾਨੀ ਅੰਦੋਲਨ ਦੇ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਅੱਜ ਉਹਨਾਂ ਨੂੰ 9 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ, ਕਿਸਾਨਾਂ ਨੂੰ। ਮਤਲਬ ਅੱਜ 24 ਹੈ ਅਤੇ ਕੱਲ੍ਹ 25, 9 ਮਹੀਨੇ ਪੂਰੇ ਹੋ ਜਾਣੇ। ਅਜੇ ਤੱਕ ਸਰਕਾਰ ਉਹਨਾਂ 'ਤੇ ਟਸ ਤੋਂ ਮਸ ਨਹੀਂ ਹੋਈ। ਖੇਤੀ ਕਾਨੂੰਨ 'ਤੇ ਇਹਨੇ ਰੱਦ ਕਰਨ ਦੀ ਗੱਲ ਨਹੀਂ ਚੱਲ ਰਹੀ। ਤੁਸੀਂ ਇਸ ਅੰਦੋਲਨ ਨੂੰ ਕਿਵੇਂ ਦੇਖਦੇ ਆ? ਆਉਣ ਵਾਲੇ ਸਮੇਂ 'ਚ ਚੋਣਾਂ ਆਉਣੀਆਂ, ਪੰਜਾਬ 'ਚ ਵੀ ਆਉਣੀਆਂ, ਯੂਪੀ ਦੇ ਵਿੱਚ ਵੀ ਆਉਣੀਆਂ, ਉੱਤਰਾਖੰਡ ਦੇ ਵਿੱਚ ਵੀ ਆਉਣੀਆਂ, ਇਹ ਸਾਰਾ ਸੀਨ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਅਸੀਂ ਵੱਖੋ ਵੱਖਰੇ ਰਾਜ ਦੇ ਅਧੀਨ, ਵੱਖੋ ਵੱਖਰੀਆਂ ਪਾਰਟੀਆਂ ਦੇ ਅਧੀਨ ਜੇ ਸੀਨ ਦੇਖਣਾ ਚਾਹੀਏ ਤਾਂ ਉਹ ਸਾਰਾ ਸਿਨੈਰੀਓ ਜੋ ਸੀ, ਉਹਦੇ ਵਿੱਚ ਦੋਨਾਂ ਨੇ ਕੋਲੋਂ ਡਾਂਗਾਂ ਵੀ ਖਾਧੀਆਂ ਗਈਆਂ, ਦੋਨਾਂ ਕੋਲੋਂ ਚੁੰਨੀਆਂ ਪੜਵਾਈਆਂ ਗਈਆਂ,
ਉਦੋਂ ਵੀ ਇਹ ਧਰਨੇ ਲੱਗਦੇ ਰਹੇ। ਫਿਰ ਦੋਨਾਂ ਪਾਰਟੀਆਂ ਦਾ ਰੋਲ ਇਹ ਕਿਸ ਤਰੀਕੇ ਦਾ ਸੀ, ਉਹ ਵੀਡੀਓਜ਼ ਆਊਟ ਹੋ ਚੁੱਕੀਆਂ ਨੇ ਕਿ ਕਿਵੇਂ ਉਹਨਾਂ ਨੇ ਇਹਨਾਂ ਨੂੰ ਲਾਗੂ ਕਰਾਉਣ ਉੱਤੇ ਜ਼ੋਰ ਲਾਇਆ, ਉਹਨਾਂ ਦੀਆਂ ਆਪਣੀਆਂ ਵਰਸ਼ਨਸ ਆ ਚੁੱਕੀਆਂ ਨੇ। ਤਾਂ ਜੇ ਅਜੇ ਵੀ ਅਸੀਂ ਇਹ ਉਡੀਕ ਰੱਖ ਰਹੇ ਹਾਂ ਕਿ ਉਹੀ ਦੁਬਾਰਾ ਫਿਰ ਲਿਆ ਕੇ ਅਸੀਂ ਇਹੀ ਕਾਨੂੰਨ ਠੀਕ ਕਰਵਾ ਸਕਾਂਗੇ, ਤਾਂ ਮੇਰਾ ਖਿਆਲ ਇਹ, ਖਿਮਾ ਕਰਿਓ ਸ਼ਬਦ ਮਾੜਾ, ਪਰ ਬੇਵਕੂਫੀ ਹੋਏਗੀ। ਜੇ ਹਾਲੇ ਵੀ ਨਾ ਆਪ ਉੱਤੇ ਪਹੁੰਚ ਕੇ ਤਬਦੀਲੀ ਜੋ ਇਹ ਰਾਜ ਵਿੱਚ, ਯਾਨੀ ਉਹ ਜੋ ਪਾਰਟੀਆਂ ਵਾਰੀਆਂ ਵੰਡ ਕੇ ਆ ਰਹੀਆਂ ਸੀ, ਜਿਨ੍ਹਾਂ ਦੀ ਹਰ ਇੱਕ ਨੁਮਾਇੰਦੇ ਦੀ 800 ਗੁਣਾ ਆਮਦਨ ਵਧੀ ਜਾਂਦੀ ਹੈ ਹਰ 5 ਸਾਲਾਂ ਬਾਅਦ, ਜੇ ਨਹੀਂ ਸਮਝ ਅਜੇ ਆ ਰਹੀ ਤਾਂ ਫਿਰ ਅਸੀਂ ਇਸੇ ਦੇ ਲਾਇਕ ਹਾਂ ਕਿ ਇਹੀ ਵਾਰੀਆਂ ਬਣ ਕੇ ਆਈ ਜਾਣ। ਵਰਨਾ ਕਿਸਾਨ ਵੀਰ ਆਪ ਉੱਠਣ, ਉਹਨਾਂ ਦੇ ਬੱਚੇ ਉੱਠਣ, ਉਹ ਕਿਉਂ ਨਾ IAS ਬਣਨ, ਕਿਉਂ ਨਾ IPS ਬਣਨ, ਜੱਜ ਬਣਨ, ਵਕੀਲ ਬਣਨ, ਆਪ ਕਾਨੂੰਨ ਦੇ ਘਾੜੇ ਬਣਨ, ਆਪਣੇ ਲਈ ਵਧੀਆ ਕਾਨੂੰਨ ਬਣਾਉਣ, ਅਤੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਇਹਨਾਂ ਨੂੰ ਪਾਸੇ ਕਰਨ, ਤਾਂ ਹੀ ਸਹੀ ਮਾਇਨਿਆਂ ਵਿੱਚ ਉਹ ਰਾਜ ਹੋਏਗਾ। ਵਰਨਾ ਇਹੀ ਦਸਤੂਰ ਤੁਰਿਆ ਜਾਣਾ ਜੇ, ਅਤੇ ਜੇ ਅਸੀਂ ਡਾਂਗਾ ਹੀ ਖਾਣ ਲਈ ਸਿਰ ਨਵਾ ਕੇ ਬੈਠੇ ਰਵਾਂਗੇ ਤਾਂ ਲੋਕ ਮਾਰੀ ਤੁਰੀ ਜਾਣਗੇ। ਯਾਨੀ ਉਹ ਮੀਰੀ ਤੇ ਪੀਰੀ ਦਾ ਸਿਧਾਂਤ ਇਹੀ ਸੀ ਕਿ ਜ਼ੁਲਮ ਸਹਿਣਾ ਵੀ ਪਾਪ ਹੁੰਦਾ, ਜੇ ਕਰਨਾ ਪਾਪ ਹੈ ਸਹਿਣਾ ਵੀ ਪਾਪ ਹੈ। ਸੋ ਇਸ ਪੱਖੋਂ ਬਿਲਕੁਲ ਇਨਕਾਰ ਕਰ ਦੇਣਾ ਕਿ ਅਸੀਂ ਪੋਲੀਟਿਕਲੀ ਆਉਣਾ ਹੀ ਨਹੀਂ, ਉਹਨਾਂ ਦੀ ਸੋਚ ਵੱਖ ਹੋਏਗੀ। ਪਰ ਜੇ ਮੰਨ ਨਹੀਂ ਲਿਆ ਕਿ ਅਸੀਂ ਡਾਂਗਾ ਹੀ ਖਾਣੀ ਹੈ ਤਾਂ ਫਿਰ ਅਦਲ ਬਦਲ ਕੇ ਖਾਈ ਜਾਈਏ। ਪਰ ਉਹਨਾਂ ਦੇ ਬੱਚਿਆਂ ਨੂੰ ਹੀ ਐਟਲੀਸਟ ਅੱਗੇ ਆ ਕੇ ਯੂਥ ਨੂੰ ਜਾਗਣਾ ਚਾਹੀਦਾ। ਹੁਣ ਤੁਸੀਂ ਦੱਸੋ ਮੈਨੂੰ ਕਿ ਅਸੀਂ ਐਡੇ ਵੱਡੇ ਪੰਜਾਬ 'ਚੋਂ, ਕਰੋੜਾਂ 'ਚੋਂ, ਕੀ ਸਾਡੇ ਕੋਲ 117 ਚਿਹਰੇ ਵੀ ਚੰਗੇ ਨਹੀਂ ਨੇ ਕਿ 5 ਪਿੰਡ ਹੀ ਰਲ ਕੇ ਕਹਿ ਲੈਣ ਸਾਡੇ ਵਿੱਚੋਂ ਜੀ ਆਹ ਇੱਕ ਬੰਦਾ ਨੇਕ ਹੈ, ਇਹਨੂੰ ਪਤਾ ਹੈ ਕੀ ਕੰਮ ਕਰਨ ਵਾਲੇ ਨੇ ਸਾਡੇ ਪਿੰਡ ਦੇ, ਅਸੀਂ ਇਹਨੂੰ ਸਰਬਸੰਮਤੀ ਨਾਲ ਚੁਣਦੇ ਹਾਂ, ਪੈਸਾ ਇੱਕ ਵੀ ਨਹੀਂ ਲੱਗਣਾ, ਅਤੇ ਬਾਕੀਆਂ ਨੂੰ ਕਹੀਏ ਮੱਥਾ ਟੇਕੀਏ ਬਹੁਤ ਹੋ ਗਿਆ ਜੀ, ਤੁਸੀਂ ਚੁਣ ਲਿਆ, ਪੰਜਾਬ ਖਤਮ ਹੋ ਗਿਆ, ਸਿਉਂਕ ਵਾਂਗ ਲੱਗੇ ਪਏ ਹੋ। ਇੰਨਾ ਵੀ ਨਹੀਂ ਅਸੀਂ ਗਏ ਗੁਜ਼ਰੇ ਵੀ 117 ਬੰਦੇ ਵੀ ਨਹੀਂ ਲੱਭੇ ਜਾਂਦੇ। ਪਰ ਜਦ ਤੱਕ ਜ਼ਮੀਨ ਨਾਲ ਜੁੜੇ, ਜੋ ਸਹੀ ਮਾਇਨਿਆਂ ਵਿੱਚ ਪੰਜਾਬ ਦੀ ਪੀੜ ਰੱਖਦੇ ਨੇ, ਪੰਜਾਬ ਲਈ ਕੰਮ ਕਰ ਰਹੇ ਨੇ, ਪੰਜਾਬੀਆਂ ਲਈ ਕੰਮ ਕਰ ਰਹੇ ਨੇ, ਅਤੇ ਜਿਨ੍ਹਾਂ ਨੂੰ ਕਿਸੇ ਵੀ ਹਾਲ ਵਿੱਚ NRIs ਕੋਲੋਂ ਪੈਸਾ ਨਹੀਂ ਚਾਹੀਦਾ, ਉਹ ਕੁਛ ਪੰਜਾਬ ਲਈ ਕਰ ਸਕਣਗੇ। ਵਰਨਾ ਜਿਹੜੇ ਵੀ ਆਉਣ, ਮੇਰਾ ਖਿਆਲ ਹੈ ਜੇ ਉਹਨਾਂ ਦਾ ਪਿਛੋਕੜ ਸਮਝੇ ਬਗੈਰ ਅਸੀਂ ਫਿਰ ਭਰਮਾਏ ਗਏ ਉਹਨਾਂ ਦੇ ਇਹਨਾਂ ਦੇ ਜੁਮਲਿਆਂ ਨਾਲ, ਫਿਰ ਤਾਂ ਮਾੜੀ ਗੱਲ ਹੈ। ਪਰ ਮੈਨੂੰ ਲੱਗਦਾ ਕਿ ਇੰਨਾ ਕੁ ਵੀ ਅਸੀਂ ਮਰੀ ਹੋਈ ਜ਼ਮੀਰ ਵਾਲੇ ਨਹੀਂ ਹਾਂ। ਐਤਕੀ ਪੰਜਾਬੀ ਜਾਗੇ ਨੇ, ਖਾਸ ਕਰਕੇ ਉਹ ਵਰਗ ਜਾਗਿਆ, ਉਹ ਜਿਹੜਾ ਔਰਤਾਂ ਉੱਠੀਆਂ ਨੇ, ਇਹ ਨੌਜਵਾਨ ਸਾਡੀਆਂ ਬੇਟੀਆਂ ਜੇ ਪੋਜ਼ੀਟਿਵ ਰੋਲ ਅਦਾ ਕਰ ਗਈਆਂ ਤਾਂ 50% ਵੋਟ ਨੇ ਵਾਕਈ ਕਮਾਲ ਕਰ ਜਾਣਾ ਜੀ। ਮਤਲਬ ਕਿਸ ਕਿਸਮ ਦਾ ਸੀਨ, ਕਿਉਂਕਿ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ, ਗੱਲਬਾਤ ਕਰਦੇ ਰਹਿੰਦੇ ਹਾਂ, ਅਜੇ ਪੰਜਾਬ ਦੇ ਵਿੱਚ ਕੋਈ ਰਸਤਾ ਉਸ ਕਿਸਮ ਦਾ ਨਹੀਂ ਬਣ ਰਿਹਾ। ਅਜੇ ਸਾਰਾ ਕੁਝ ਨਿਰਭਰ ਕਰਦਾ ਵੀ ਕਿਸਾਨ ਅੰਦੋਲਨ ਕੀ ਟਰਨ ਲਏਗਾ, ਕਿੱਧਰ ਨੂੰ ਜਾਏਗਾ। ਕਿਉਂਕਿ ਕਿਸਾਨ ਆਗੂਆਂ ਦਾ ਇੱਕ ਦੋ ਨੂੰ ਛੱਡ ਕੇ ਬਹੁਤਿਆਂ ਦਾ ਇਹ ਕਹਿਣਾ ਕਿ ਸਾਡੀ ਅੱਖ ਜਿਹੜੀ ਹੈ ਤਿੰਨੇ ਖੇਤੀ ਕਾਨੂੰਨਾਂ ਦਾ ਮਾਮਲਾ ਹੈਗਾ, ਜਿੰਨਾ ਚਿਰ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਕਿਸੇ ਹੋਰ ਪਾਸੇ ਵੱਲ ਨਹੀਂ ਜਾ ਸਕਦੇ। ਜੇ ਅਸੀਂ ਗਏ ਤਾਂ ਸਾਡਾ ਮੋਰਚਾ ਜਿਹੜਾ ਉਹਨੂੰ ਸੱਟ ਲੱਗੇਗੀ, ਉਹ ਹੀ ਨਾ ਬਿਖਰ ਜਾਏ। ਮੈਂ ਇਹੀ ਗੱਲ ਹੀ ਕੀਤੀ ਹੈ ਕਿ ਤੁਸੀਂ ਸਰਬਸੰਮਤੀ ਨਾਲ ਬੈਠ ਕੇ ਕਹਿ ਤਾਂ ਸਕਦੇ ਹੋ ਕਿ ਇੱਕ ਸਾਡੇ ਹੀ ਆ 5 ਪਿੰਡਾਂ ਵਿਚਲਾ ਸਾਡਾ ਇੱਕੇ ਬੰਦਾ ਨੇਕ ਹੈ, ਜਿਹੜਾ ਠੀਕ ਹੈ, ਇਹਨੇ ਕਦੇ ਪਹਿਲਾਂ ਇਹੋ ਜਿਹਾ ਲੁੱਟ ਖਸੁੱਟ ਨਹੀਂ ਮਚਾਈ, ਅਤੇ ਇਹ ਭਲੇ ਦੀ ਲੋਕਾਂ ਦੀ ਸੋਚ ਰੱਖਦਾ, ਉਸ ਨੂੰ ਤੁਸੀਂ ਉੱਥੇ ਬੈਠੇ ਹੀ ਸਰਬਸੰਮਤੀ ਨਾਲ ਕਹਿ ਸਕਦੇ ਹੋ ਕਿ ਸਾਡਾ ਫਲਾਣਾ ਕਿਸਾਨ ਜਾਂ ਉਹ ਸਾਡਾ ਵੱਡਾ ਬਜ਼ੁਰਗ ਇਸ ਪਿੰਡ ਦਾ ਉਹ ਖੜਾ ਹੋਏਗਾ ਅਤੇ ਅਸੀਂ ਸਾਰਿਆਂ ਨੇ ਉਸੇ ਨੂੰ ਵੋਟਾਂ ਪਾਉਣੀਆਂ ਅਤੇ ਅਸੀਂ ਜਿਤਾਉਣਾ, ਵੋਟ ਤਾਂ ਪਾਣੀ ਹੈ। ਜੇ ਨਹੀਂ ਪਾਣੀ ਤਾਂ ਫਿਰ ਉਹ ਤਾਂ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ 30% ਵੋਟਾਂ ਨਾਲ ਜਿਤਾ ਕੇ ਰੱਖਤਾ, ਜਦ ਕਿ 70% ਖਿਲਾਫ ਸਾਨੂੰ ਫਿਰ ਵੀ ਬੈਠੇ ਰਹਿ ਗਏ, ਤਾਂ ਫਿਰ ਰੋਣਾ ਤਾਂ ਅਸੀਂ ਆਪ ਹੀ ਆਪਣੇ ਕਰਮਾਂ 'ਤੇ, ਕਿਉਂਕਿ ਸਾਡਾ ਹੀ ਕੀਤਾ ਕੰਮ ਹੈ। ਤਬਦੀਲੀ ਲਿਆਉਣ ਲਈ ਆਪਾਂ ਕਹੀਏ ਕਿ ਅਸੀਂ ਬਾਹਰ ਬੈਠ ਕੇ ਅਤੇ ਅਸੀਂ ਚਿੱਕੜ ਸਾਫ਼ ਕਰੀ ਜਾਵਾਂਗੇ ਤੀਲੇ ਮਾਰ ਮਾਰ ਕੇ, ਇਸ ਤਰ੍ਹਾਂ ਤਾਂ ਸਾਫ਼ ਨਹੀਂ ਹੋਣਾ, ਪੈਰ ਤਾਂ ਲਬੇੜਨੇ ਪੈਣੇ ਨੇ। ਇੱਕ ਅੱਜ ਨਵੀਂ ਗਵਰਨਮੈਂਟ ਦੇਖੀ, ਮਤਲਬ ਵੀ ਕੇਂਦਰ ਸਰਕਾਰ ਨੇ ਇੱਕ ਗੱਲ ਕੀਤੀ ਹੈ ਵੀ ਅਸੀਂ 6 ਲੱਖ ਕਰੋੜ ਰੁਪਈਆ ਜਿਹੜਾ ਸਾਰਾ ਜਿਹੜਾ ਪਬਲਿਕ ਸੈਕਟਰ ਆ ਉਹਦੇ 'ਤੇ ਮਾਲਕੀ ਸਾਡੀ ਰਹਿ ਗਈ, ਪਰ ਦੇਵਾਂਗੇ ਅਸੀਂ ਪ੍ਰਾਈਵੇਟ ਨੂੰ। ਇੱਕ ਅਜੀਬ ਕਿਸਮ ਦੀ ਜਿਹੜੀ ਹੈ ਉਹ ਗੱਲ ਮੈਂ ਦੇਖੀ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਮੇਰਾ ਖਿਆਲ ਹੈ ਕਿ ਦੁਨੀਆ ਜੇ ਅਮਰੀਕਾ ਵੱਲ ਝਾਕ ਲਏ ਤਾਂ ਸਮਝ ਆ ਜਾਂਦੀ ਹੈ ਕਿ ਇੱਕੋ ਹੀ ਬੰਦੇ ਕੋਲ ਪੌਣਾ ਮੁਲਕ ਦੀ ਜ਼ਮੀਨ ਖਰੀਦੀ ਪਈ ਹੈ, ਅਤੇ ਜੇ ਉੱਥੋਂ ਹੀ ਸਮਝ ਆ ਜਾਂਦੀ ਹੈ ਕਿ ਉਹ ਆਪਣੇ ਹਿਸਾਬ ਨਾਲ ਹਰ ਚੀਜ਼, ਹਰ ਸਬਜ਼ੀ ਦੀ
ਰੇਟ ਫਿਕਸ ਕਰ ਰਿਹਾ ਤੇ ਕਿਵੇਂ ਹੌਲੀ ਹੌਲੀ ਸਾਰੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਗੁਲਾਮ ਬਣਾ ਕੇ ਉੱਥੇ ਹੀ ਲਾ ਦਿੱਤਾ। ਜੇ ਤਾਂ ਉੱਥੋਂ ਸਾਨੂੰ ਸਮਝ ਆ ਜਾਂਦੀ ਹੈ ਫਿਰ ਤਾਂ ਆਪਾਂ ਇਹਦਾ ਵਿਰੋਧ ਕਰਾਂਗੇ, ਅਦਰਵਾਈਜ਼ ਇਹ ਫਰਕ ਦਰਅਸਲ ਹਰ ਵਰਗ ਦੇ ਬੰਦੇ ਤੇ ਪੈਂਦਾ, ਜੋ ਕਿਸਾਨ ਹੈ ਜਾਂ ਨਹੀਂ ਹੈ, ਮਜ਼ਦੂਰ ਹੈ ਭਾਵੇਂ ਉਹ ਡਾਕਟਰ ਹੈ ਭਾਵੇਂ ਇੰਜੀਨੀਅਰ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਸ ਕਦਰ ਮਹਿੰਗੀਆਂ ਹੋ ਕੇ ਆਣੀਆਂ ਨੇ ਉਹ ਅਲਟੀਮੇਟਲੀ ਹਰ ਇੱਕ ਦੀ ਜ਼ਿੰਦਗੀ 'ਤੇ ਅਸਰ ਪਾਏਗੀ। ਸੋ ਇਸ ਕਰਕੇ ਲੜਾਈ ਤਾਂ ਇਹ ਸਾਂਝੀ ਹੈ। ਸਾਂਝੇ ਤੌਰ 'ਤੇ ਦਾ ਮਤਲਬ ਹੈ ਕਿ ਭਰੇ ਪਏ ਨੇ ਸਾਡੇ ਬੁੱਧੀਜੀਵੀ, ਪੰਜਾਬ ਵਿੱਚ ਕੋਈ ਕਮੀ ਨਹੀਂ ਹੈ। ਤੁਹਾਡੇ ਤੋਂ ਹੀ ਜੇ ਮੈਂ ਸ਼ੁਰੂ ਕਰ ਲਵਾਂ ਤਾਂ ਇੰਨੇ ਲੋਕ ਨੇ ਜਿਨ੍ਹਾਂ ਨੂੰ ਹਰ ਇੱਕ ਪੱਖ ਦੀ ਸਮਝ ਹੈ। ਸਿਰਫ ਗੱਲ ਇਹ ਹੈ ਕਿ ਉਹ ਇਸ ਵੇਲੇ ਸਿਰਫ ਆਪਸ ਵਿੱਚ ਗੱਲਾਂ ਕਰ ਰਹੇ ਨੇ, ਇੱਕ ਆਗੂ ਵਜੋਂ ਉੱਭਰ ਕੇ ਸਾਹਮਣੇ ਨਹੀਂ ਆ ਰਹੇ, ਰਾਹ ਦਸੇਰਾ ਨਹੀਂ ਬਣ ਰਹੇ। ਉਹੀ ਸਿਰਫ ਇੱਕ ਲੋੜ ਹੈ ਕਿ ਇੱਕ ਵੀ ਜਣਾ ਇਸ ਵੇਲੇ ਖੜ ਗਿਆ ਜਾਂ ਤਣ ਗਿਆ ਕਿ ਮੈਂ ਇਹ ਨਵਾਂ ਰਾਹ ਦਸੇਰਾ ਬਣ ਸਕਦਾ। ਆਹ ਢੰਗ ਜੇ ਤਰੀਕਾ, ਮਿਸਾਲ ਵਜੋਂ ਮੈਂ ਇਕੱਲੀ ਹੈਲਥ ਦੀ ਗੱਲ ਨਿੱਕੀ ਜਿਹੀ ਲੈਂਦੀ ਹਾਂ, ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਆਗੂ ਹਾਂ ਜਾਂ ਕੀ ਹਾਂ, ਪਰ ਸਿੰਪਲ ਜੀ ਗੱਲ ਕਿ ਅੱਜ ਦੇ ਦਿਨ ਸਾਨੂੰ ਪਤਾ ਹੈ ਕਿ ਬਹੁ ਗਿਣਤੀ ਮੌਤਾਂ ਸਿਰਫ ਇਹਦੀ ਪ੍ਰੋਪਰ ਮੈਨੇਜਮੈਂਟ ਨਾ ਹੋਣ ਕਾਰਨ ਹੋਈਆਂ। ਆਕਸੀਜਨ ਲਈ ਕੀ ਹਾਲ ਹੋਇਆ, ਦਵਾਈਆਂ ਦੀ ਨਾ ਹੋਣ ਸਦਕਾ, ਬੈੱਡਾਂ ਦੀ ਘਾਟ ਹੋਣ ਸਦਕਾ, ਤਾਂ ਕੀ ਕਮੀ ਸੀ। ਜੇ ਨਾਲ ਦੇ ਮੁਲਕ, ਨਾਲ ਦੇ ਸੂਬੇ ਹਰਿਆਣੇ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਜ਼ਰਾ ਗਿਣ ਲਿਓ ਮੈਡੀਕਲ ਕਾਲਜਾਂ ਦੀ ਗਿਣਤੀ ਅਤੇ ਗਿਣ ਲਓ ਕਿ ਸਾਡੇ ਬੰਦ ਹੋ ਰਹੇ ਨੇ। ਸਾਰੇ ਹਿੰਦੁਸਤਾਨ 'ਚ ਕਿਤੇ ਨਹੀਂ ਇਹ ਹੋ ਰਿਹਾ, ਪਰ ਸਾਡੇ ਬੰਦ ਹੋ ਰਹੇ ਨੇ। ਇਸੇ ਤਰ੍ਹਾਂ ਹੋਰਨਾਂ ਪਾਸਿਆਂ ਵੱਲ ਜੇ ਝਾਤ ਮਾਰੀਏ ਤਾਂ ਉੱਥੇ ਦਵਾਈਆਂ ਮੁਫਤ ਨੇ, CT ਸਕੈਨ ਮੁਫਤ ਨੇ। ਸਾਡੇ ਕੋਲ ਸਾਰਾ ਕੰਮ ਇਹ ਮਰੀਜ਼ ਦੇ ਉੱਤੇ ਸੁੱਟ ਦਿੱਤਾ ਜਾਂਦਾ, ਜਿਸ ਸਦਕਾ ਲੋਕਾਂ ਦੇ ਘਰ-ਬਾਰ ਵਿਕਣ ਵਾਲੇ ਹੋਏ ਪਏ ਨੇ। ਸੋ ਇਹਦਾ ਮਤਲਬ ਹੈ ਸਾਨੂੰ ਚਾਹੀਦਾ ਕੀ ਹੈ, ਪਿੰਡ ਪੱਧਰ 'ਤੇ ਫ੍ਰੀ ਐਂਬੂਲੈਂਸ ਸਰਵਿਸ, ਜੋ ਕਿ 1.5 ਲੱਖ ਰੁਪਇਆ ਲਿਆ ਜੇ ਇੱਕ ਐਂਬੂਲੈਂਸ ਨੇ ਪਹੁੰਚਾਇਆ। ਬਹੁਤ ਉਹ ਤਾਂ ਇਹ ਵਿਜ਼ਨ ਦੀ ਗੱਲ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਜੇ ਉੱਥੇ ਬਿਲਡਿੰਗ ਬਣੀ ਹੋਈ ਉਹਨੂੰ ਮੇਨਟੇਨ ਹੀ ਕਰਨਾ। ਤੁਹਾਡੇ ਕੋਲ ਹੈਲਥ ਵਰਕਰਸ ਨੇ, ਤੁਹਾਡੇ ਕੋਲ ਡਾਕਟਰਸ ਨੇ, ਉਹਨਾਂ ਨੂੰ ਬਾਹਰ ਭੱਜਣ ਲਈ ਕਿਉਂ ਅਸੀਂ ਭੇਜ ਰਹੇ ਹਾਂ, ਜਿਨ੍ਹਾਂ ਨੂੰ ਸਭ ਤੋਂ ਮਹਿੰਗੀ ਮੈਡੀਕਲ ਐਜੂਕੇਸ਼ਨ ਪੰਜਾਬ ਦੀ ਜੇ ਵੀ 2-2, 3-3 ਕਰੋੜ ਰੁਪਇਆ ਲਾ ਕੇ ਤੇ ਫਿਰ ਉਹਨਾਂ ਨੂੰ ਕਹਿੰਦੇ ਤੁਹਾਨੂੰ 15,000 20,000 ਦੇ ਕੇ ਰੱਖਾਂਗੇ। ਕੌਣ ਡਾਕਟਰ ਕੰਮ ਕਰੇਗਾ? ਯਾਨੀ ਇਹਨੂੰ ਤੁਸੀਂ ਵਿਜ਼ਨ ਤਾਂ ਦਿਓ, ਇਹਨੂੰ ਠੀਕ ਤਾਂ ਕਰੋ। ਹਰ ਬੱਚਾ ਭੱਜ ਕੇ ਆ ਕੇ ਇੱਥੇ ਕੰਮ ਕਰਨਾ ਚਾਹੇਗਾ, ਉਹਨੂੰ ਪ੍ਰੋਪਰ ਬੈਠਣ ਦੀ ਥਾਂ ਦਿਓ। ਸਾਡੇ ਕੋਲ ਗੁਸਲਖਾਨੇ ਨਹੀਂ ਉਹਨਾਂ ਦੇ ਜਿੱਥੇ ਉਹਨਾਂ ਨੂੰ ਰੱਖ ਦਿੱਤਾ, ਪੀਣ ਦਾ ਪਾਣੀ ਨਹੀਂ, ਤਾਂ ਤੁਸੀਂ ਸਮਝੋ ਕਿ ਕੀ ਅਸੀਂ ਸਿਚੁਏਸ਼ਨ ਕਰਕੇ ਦੇ ਦਿੱਤੀ ਹੈ ਕਿ ਜਿੱਥੇ ਅਸੀਂ ਕੋਈ ਪ੍ਰੋਵੀਜ਼ਨ ਹੀ ਨਹੀਂ ਕਰ ਸਕੇ। ਸੋ ਇਹ ਤਬਦੀਲੀਆਂ ਜੇ ਵਿਜ਼ਨ ਵਾਲੇ ਲੋਕ ਮੈਨੂੰ ਲੱਗਦਾ ਇਕੱਠੇ ਹੋ ਕੇ ਕਿਸੇ ਸਟੇਜ 'ਤੇ ਆ ਜਾਣ, ਜਿਨ੍ਹਾਂ ਵਿੱਚ ਇੱਕ ਕਿਸਾਨ ਵੀ ਹੋਵੇ, ਇੱਕ ਪ੍ਰੋਪਰ ਐਗਰੀਕਲਚਰਲ ਯੂਨੀਵਰਸਿਟੀ ਦੇ ਸੀਨੀਅਰ ਬੰਦੇ ਹੋਣ ਜਿਹੜੇ ਉਹਨਾਂ ਨੂੰ ਦੱਸ ਸਕਣ, ਜਾਂ ਇੱਕ ਵਕੀਲ ਅੱਗੇ ਆਵੇ ਉਹ ਢੰਗ ਤਰੀਕਾ ਦੱਸੇ ਟੌਪ ਦਾ, ਕੋਈ ਇੱਕ ਐਜੂਕੇਸ਼ਨਿਸਟ ਆਵੇ, ਇਸ ਤਰ੍ਹਾਂ ਕੋਈ ਸਾਡੇ ਰਿਟਾਇਰਡ ਹੀ ਹੋਣ, ਭਾਵੇਂ ਕੋਈ ਬ੍ਰਿਗੇਡੀਅਰ ਅੱਗੇ ਆਣ, ਕੋਈ ਇੱਦਾਂ ਵੱਖ-ਵੱਖ ਥਾਵਾਂ ਤੋਂ ਇਕੱਠੇ ਹੋ ਕੇ ਜਦੋਂ ਤੱਕ ਇੱਕ ਇਹੋ ਜਿਹਾ ਜੁੱਟ ਤਿਆਰ ਨਹੀਂ ਕਰ ਸਕਦੇ ਜੋ ਵਿਜ਼ਨ ਦੇ ਸਕਣ, ਉਦੋਂ ਤੱਕ ਮੈਨੂੰ ਲੱਗਦਾ ਪੰਜਾਬ ਇੰਝ ਹੀ ਅਸੀਂ ਸੱਜੇ ਖੱਬੇ ਝਾਕਦੇ ਰਵਾਂਗੇ। ਸੋ ਡਾਕਟਰ ਸਾਹਿਬ, ਇਸ ਸ਼ੋਅ 'ਚ ਸਾਡੇ ਨਾਲ ਜੁੜਨ ਲਈ, ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਫਿਰ ਵੀ ਹੋਰ ਮਸਲਿਆਂ 'ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਜਿਹੜਾ ਸਮਾਪਤ ਹੁੰਦਾ, ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਬਹੁਤ-ਬਹੁਤ ਧੰਨਵਾਦ।